ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਇੱਕ ਬਾਦਸ਼ਾਹ ਨੇ ਇੱਕ ਫਕੀਰ ਨੂੰ ਪੁੱਛਿਆ ਸੀ, ਫਕੀਰਾ, ਕਦੀ ਮੇਰੀ ਯਾਦ ਵੀ ਆਉਂਦੀ ਹੈ ਕਿ ਨਹੀਂ? ਹਰ ਵੇਲੇ ਰੱਬ ਨੂੰ ਹੀ ਯਾਦ ਕਰਦਾ ਰਹਿੰਦਾ। ਬਾਦਸ਼ਾਹ ਨੇ ਐਸਾ ਕਿਉਂ ਪੁੱਛਿਆ, ਉਸ ਦਾ ਕਾਰਨ ਸੀ। ਬਾਦਸ਼ਾਹ ਫਕੀਰ ਨੂੰ ਖੈਰਾਤ ਦਿੰਦਾ ਸੀ, ਧਨ ਬਸਤਰ ਦਿੰਦਾ ਸੀ, ਆਪਣੇ ਆਪ ਨੂੰ ਬਹੁਤ ਵੱਡਾ ਦਾਨੀ ਸਮਝਦਾ ਸੀ। ਦਾਨੀ ਦੇ ਮਨ ਵਿੱਚ ਸੁਭਾਵਕ ਹੀ ਖਿਆਲ ਆਉਂਦਾ ਹੈ ਕਿ ਦਾਨ ਪਾਉਣ ਵਾਲੇ ਉਸ ਨੂੰ ਯਾਦ ਕਰਦੇ ਰਹਿਣ, ਉਸ ਦੀ ਉਡੀਕ ਵਿੱਚ ਬੈਠੇ ਰਹਿਣ ਕਿ ਉਹ ਕਦੋਂ ਆਉਂਦਾ ਹੈ ਅਤੇ ਕਦੋਂ ਉਸ ਦੀ ਝੋਲੀ ਖੈਰ ਪਾਉਂਦਾ। ਬਾਦਸ਼ਾਹ ਪੁੱਛਦਾ, ਫਕੀਰ, ਮੇਰੀ ਯਾਦ ਵੀ ਕਦੀ ਆਉਂਦੀ ਹੈ? ਫਕੀਰ ਨੇ ਕਿਹਾ, ਯਾਦ ਕਰਨ ਲਈ ਧਿਆਨ ਇੱਕ ਹੈ, ਚੇਤਾ ਸ਼ਕਤੀ ਇੱਕ ਹੈ, ਦੋ ਯਾਦਾਂ ਇਕੱਠੀਆਂ ਨਹੀਂ ਆ ਸਕਦੀਆਂ। ਤੇਰੀ ਯਾਦ ਆਉਂਦੀ ਹੈ ਜਦੋਂ ਰੱਬ ਭੁੱਲਦਾ, ਪਰ ਮਿਹਰ ਹੈ ਅਕਾਲ ਪੁਰਖ ਦੀ ਜਿਹੜੀ ਮੈਨੂੰ ਫੌਰਨ ਸੰਭਾਲ ਲੈਂਦੀ ਹੈ ਅਤੇ ਮੈਂ ਤੈਨੂੰ ਭੁੱਲ ਜਾਂਦਾ ਹਾਂ, ਰੱਬ ਨੂੰ ਯਾਦ ਕਰਦਾ ਹਾਂ। ਬੇਪਰਵਾਹ ਫਕੀਰ ਨੇ ਕਿਹਾ, ਬਾਦਸ਼ਾਹ, ਤੇਰੀ ਯਾਦ ਤਾਂ ਮੈਨੂੰ ਇੱਕ ਕੰਗਾਲ ਅਤੇ ਮੰਗਤਾ ਬਣਾ ਦਿੰਦੀ ਹੈ, ਪਰ ਪਰਮਾਤਮਾ ਦੀ ਯਾਦ ਮੈਨੂੰ ਸ਼ਹਿਨਸ਼ਾਹ ਬਣਾ ਦਿੰਦੀ ਹੈ। ਤੇਰੀ ਯਾਦ ਆਉਂਦੀ ਹੀ ਧਿਆਨ ਆਉਂਦਾ, ਖਿਆਲ ਆਉਂਦਾ ਹੈ ਕਿ ਮੈਂ ਵੀ ਮੰਗਤਿਆਂ ਦੀ ਕਤਾਰ ਵਿੱਚ ਖੜਾ ਹੋ ਜਾਵਾਂ, ਮੈਨੂੰ ਵੀ ਕੁਝ ਮਿਲ ਜਾਵੇਗਾ। ਪਰ ਰੱਬ ਦੀ ਯਾਦ ਆਉਂਦਿਆਂ ਹੀ ਮੈਂ ਮੰਗਣ ਦੀ ਬਜਾਏ ਵੰਡਣਾ ਸ਼ੁਰੂ ਕਰ ਦਿੰਦਾ ਹਾਂ। ਧਨ ਤਾਂ ਮੇਰੇ ਪਾਸ ਨਹੀਂ ਹੈ, ਪਰ ਸ਼ੁਭ ਕਾਮਨਾ ਤਾਂ ਹੈ। ਮੈਂ ਰੱਬ ਅੱਗੇ ਹੱਥ ਫੈਲਾ ਕੇ ਕਹਿੰਦਾ ਕਿ ਹੇ ਪਰਮਾਤਮਾ, ਤੂੰ ਸਭ ਦਾ ਭਲਾ ਕਰ। ਦਇਆ ਭਰੇ ਹਿਰਦੇ ਨਾਲ ਜੋ ਦੂਸਰਿਆਂ ਦੀ ਸੇਵਾ ਕਰਦਾ ਹੈ, ਸਰਬੱਤ ਦਾ ਭਲਾ ਮੰਗਦਾ, ਉਸ ਤੋਂ ਵੱਡਾ ਸ਼ਹਿਨਸ਼ਾਹ ਕੌਣ ਹੋ ਸਕਦਾ? ਇਹ ਗੁਣ ਨਾਮ ਸਿਮਰਨ ਨਾਲ ਆਉਂਦੇ ਹਨ, ਇਹ ਗੁਣ ਖਾਲਸੇ ਵਿੱਚ ਹਨ। ਰਾਜਪੂਤਾਨੇ ਵਿੱਚ ਇੱਕ ਤੀਰਥ ਸਥਾਨ ਹੈ, ਪੁਸ਼ਕਰ ਰਾਜ, ਅਜਮੇਰ ਤੋਂ ਥੋੜ੍ਹੀ ਦੂਰੀ 'ਤੇ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਗਏ ਸਨ। ਨਾਲ ਹੀ ਬਾਦਸ਼ਾਹ ਬਹਾਦਰ ਸ਼ਾਹ ਸੀ। ਇੱਕ ਨਿਰਪੱਖੀ ਸ਼ੇਰ ਨੂੰ ਮਾਰਨ ਦਾ ਯਤਨ ਕੀਤਾ, ਪਰ ਉਲਟਾ ਉਹ ਸ਼ੇਰ ਹੀ ਸ਼ਿਕਾਰੀ ਦਾ ਸ਼ਿਕਾਰ ਕਰ ਜਾਂਦਾ ਸੀ। ਕਾਫੀ ਯੋਧੇ ਉਸਨੇ ਮਾਰ ਮੁਕਾਏ ਸਨ। ਬਹਾਦਰ ਸ਼ਾਹ ਨੇ ਸਤਿਗੁਰ ਨੂੰ ਬੇਨਤੀ ਕੀਤੀ, ਪਾਤਸ਼ਾਹ, ਤੁਸੀਂ ਬੜੇ ਕਲਾਵਾਨ ਹੋ, ਤੁਹਾਡੀ ਬਿਰਤਾ ਦੇ ਕਿਸੇ ਮੈਂ ਬੜੇ ਸੁਣੇ ਹਨ। ਅੱਜ ਮੈਂ ਅੱਖੀਂ ਵੇਖਣਾ ਚਾਹੁੰਦਾ ਕਿ ਤੁਸੀਂ ਇਸ ਸ਼ੇਰ ਦਾ ਸੰਘਾਰ ਕਰ ਦਿਓ। ਸਤਿਗੁਰ ਨੇ ਸ਼ੇਰ ਨੂੰ ਮਾਰਨ ਦੀ ਤਿਆਰੀ ਕੀਤੀ। ਤੁਰਨ ਲੱਗੇ ਤਾਂ ਇੱਕ ਸਿੰਘ ਨੇ, ਜਿਸ ਦਾ ਨਾਮ ਭਾਈ ਰੋਸ਼ਨ ਸਿੰਘ ਸੀ, ਉਹ ਉੱਠ ਕੇ ਖੜਾ ਹੋ ਗਿਆ। ਬੇਨਤੀ ਕਰਨ ਲੱਗਾ, ਹੇ ਸੱਚੇ ਪਾਤਸ਼ਾਹ, ਅਕਾਲ ਸਰੂਪ ਮੇਰੇ ਸਤਿਗੁਰ, ਜੀਵਨ ਮੌਤ ਤੁਹਾਡੇ ਹੱਥ ਵਿੱਚ ਹੈ। ਬਾਦਸ਼ਾਹ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਤਿਗੁਰ ਕੀ ਕਰ ਸਕਦੇ ਹਨ। ਇਹ ਤਾਂ ਵਰਣਨ ਤੋਂ ਬਾਹਰ ਹੈ। ਸਤਿਗੁਰ ਦੀ ਅਸੀਸ ਕੀ ਕਰਦੀ ਹੈ, ਇਸ ਨੂੰ ਅਹਿਸਾਸ ਹੋਵੇ ਕਿ ਮੈਂ ਸਤਿਗੁਰ ਦੀ ਅਸੀਸ ਨਾਲ ਹੀ ਜਿੱਤ ਪ੍ਰਾਪਤ ਕੀਤੀ ਹੈ। ਦਾਸ ਨੂੰ ਅਸੀਸ ਦਿਓ, ਸ਼ੇਰ ਮਾਰਨ ਮੈਂ ਜਾਵਾਂਗਾ। ਭਾਈ ਰੋਸ਼ਨ ਸਿੰਘ ਜੀ ਕਹੇ, ਸ਼ੇਰ ਮਾਰ ਕੇ ਆ ਗਏ। ਬਾਦਸ਼ਾਹ ਹੈਰਾਨ ਹੋ ਗਿਆ। ਇਨਾਮ ਦੇਣ ਲੱਗਾ ਤਾਂ ਰੋਸ਼ਨ ਸਿੰਘ ਨੇ ਨਾ ਕਰ ਦਿੱਤੀ। ਬਾਦਸ਼ਾਹ, ਝੋਲੀ ਇੱਕ ਹੈ ਤੇਰੇ ਅੱਗੇ, ਕਰਾਂ ਕਿ ਸਤਿਗੁਰ ਅੱਗੇ? ਮੇਰੇ ਕੋਲ ਇੱਕੋ ਹੀ ਝੋਲੀ ਹੈ, ਉਹ ਤੇਰੇ ਅੱਗੇ ਅੱਡਾਂ ਕਿ ਵਾਹਿਗੁਰੂ ਅੱਗੇ? ਸਿਰ ਇੱਕ ਹੈ, ਤੇਰੇ ਅੱਗੇ ਝੁਕਾਵਾਂ ਕਿ ਸਤਿਗੁਰ ਅੱਗੇ? ਬਾਦਸ਼ਾਹ, ਤੇਰੇ ਯੋਧੇ ਜੋ ਸਨ ਉਹ ਖਾਨਦਾਨੀ ਤਲਵਾਰੀਏ ਸਨ, ਫਿਰ ਵੀ ਸ਼ੇਰ ਕੋਲੋਂ ਮਾਰ ਖਾ ਗਏ, ਇਸ ਲਈ ਕਿ ਉਹ ਸਤਿਗੁਰ ਕੋਲੋਂ ਅਸੀਸ ਨਹੀਂ ਸੀ ਲੈ ਕੇ ਆਏ। ਮੇਰੇ ਕੋਲ ਉਸ ਗੁਰੂ ਦਾ ਆਸ਼ੀਰਵਾਦ ਹੈ, ਜਿਸ ਦੀ ਨਜ਼ਰ ਨਾਲ ਗਿੱਦੜਾਂ ਤੋਂ ਸ਼ੇਰ, ਸ਼ੇਰ ਤੋਂ ਚਿੜੀਆਂ, ਚਿੜੀਆਂ ਤੋਂ ਬਾਜ, ਕਾਇਰਾਂ ਤੋਂ ਬਹਾਦਰ ਬਣਦੇ ਹਨ। ਇਹ ਸਾਰੀਆਂ ਬਰਕਤ ਨਾਮ ਦੀ ਹੈ, ਗੁਰੂ ਦੀ ਮਹੱਤਤਾ ਦੀ ਹੈ। ਗੁਰੂ ਨਾਮ ਜਪਣ ਦੀ ਪ੍ਰੇਰਨਾ ਦਿੰਦਾ। ਦੁਨੀਆ ਦੇ ਬਾਦਸ਼ਾਹ ਯਾਦ ਆ ਗਏ ਤਾਂ ਮਾਇਆ ਯਾਦ ਆ ਗਈ, ਹਉਮੈ ਯਾਦ ਆ ਗਈ। ਐਸੇ ਹਿਰਦੇ ਵਿੱਚ ਨਾਮ ਦਾ ਵਾਸਾ ਕਿਵੇਂ ਹੋਏ? ਪਰ ਜਿੱਥੇ ਨਾਮ ਹੈ, ਜਪਾਉਣ ਵਾਲਾ ਸਤਿਗੁਰ ਹਾਜ਼ਰ ਹੈ। ਐਸਾ ਸਿੱਖ, ਐਸਾ ਖਾਲਸਾ ਮਾਇਆ ਅੱਗੇ ਸਿਰ ਕਿਉਂ ਝੁਕਾਵੇ? ਪਰਮਾਤਮਾ ਨੂੰ ਭੁੱਲ ਕੇ ਬਾਦਸ਼ਾਹ ਨੂੰ ਕਿਉਂ ਯਾਦ ਕਰੇ? ਭਾਈ ਰੋਸ਼ਨ ਸਿੰਘ ਬਹਾਦਰ ਸ਼ਾਹ ਨੂੰ ਕਿਉਂ ਯਾਦ ਕਰੇ? ਭਾਈ ਰੋਸ਼ਨ ਸਿੰਘ ਨੇ ਬਹਾਦਰ ਸ਼ਾਹ ਨੂੰ ਕਿਹਾ ਸੀ ਕਿ ਸਤਿਗੁਰ ਦੇ ਬਲ ਨਾਲ ਮੈਂ ਸ਼ੇਰ ਮਾਰਿਆ, ਸਾਰੀਆਂ ਰਿੱਧੀਆਂ ਸਿੱਧੀਆਂ ਤਾਂ ਬਰਕਤਾਂ ਇਸੇ ਸਤਿਗੁਰ ਤੋਂ ਪਾਈਆਂ ਹਨ। ਵਾਹਿਗੁਰੂ ਦਾ ਨਾਮ ਜਪੋ, ਕਿਉਂਕਿ ਵਾਹਿਗੁਰੂ ਦੇ ਨਾਮ ਵਿੱਚ ਹੀ ਬਰਕਤ ਹੈ। ਆਲਮ ਚੰਦ ਨੇ ਬਲੀਆ ਚੰਦ ਤੋਂ 2 ਪਹਾੜੀ ਰਾਜਿਆਂ ਸਤਿਗੁਰ 'ਤੇ ਹਮਲਾ ਕਰ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਇਸ ਦਿਨ ਜੰਗਲ ਵਿੱਚ ਥੋੜ੍ਹੇ ਜਿਹੇ ਸਿੰਘਾਂ ਨਾਲ ਸਨ, ਪਰ ਸਿੰਘਾਂ ਨਾਲ ਜਾਨ ਤੋੜ ਕੇ ਹਮਲੇ ਦਾ ਜਵਾਬ ਦਿੱਤਾ। ਪਹਾੜੀ ਰਾਜੇ ਨੱਸ ਗਏ, ਪਰ ਸਿੰਘ ਪਹਾੜੀਆਂ ਦਾ
ਪਿੱਛਾ ਕਰਨ ਲੱਗੇ। ਸਤਿਗੁਰ ਦੇ 3 ਵਾਰ ਕਹਿਣ 'ਤੇ ਵਾਪਸ ਨਹੀਂ ਆਏ। ਸਤਿਗੁਰ ਦੇ ਸਿੰਘ ਵਿਛੜ ਗਏ। ਹੁਣ ਪਹਾੜੀਆਂ ਦੇ ਦਿਲ ਵੱਧ ਗਏ ਕਿ ਪਹਾੜੀ ਰਾਜੇ ਨੇ ਕਿਹਾ, ਮਾਰ ਲੜੀਏ, ਗੁਰੂ ਨਾਲ ਨਹੀਂ। ਸਿੰਘ ਇਕੱਲੇ ਹਨ। ਸਿੰਘ ਘਬਰਾ ਗਏ ਹਨ। ਵਾਪਿਸ ਦੌੜੋ। ਸਤਿਗੁਰ ਦੀ ਸ਼ਰਨ ਵਿੱਚ ਆਏ। ਫਿਰ ਜੰਗ ਜਿੱਤ ਗਏ। ਪਹਾੜੀ ਰਾਜੇ ਦੀ ਗੱਲ ਬੜੀ ਅਮੁੱਲ ਹੈ। ਨਾਮ ਸਿਮਰਨ ਦੀ ਅਸਲ ਜੁਗਤੀ ਹੈ ਕਿ ਬਹੁਤੇ ਹੁੰਦੇ ਵੀ ਸਿੰਘ ਇਕੱਲੇ ਹਨ। ਗੁਰੂ ਤੋਂ ਬਿਨਾਂ ਅਸੀਂ ਇਕੱਲੇ ਹਾਂ। ਗੁਰੂ ਸ਼ਬਦ ਤੋਂ ਵਿਹੋਣਾ, ਨਾਮ ਤੋਂ ਵਿਹੋਣਾ ਮਨੁੱਖ ਇਕੱਲਾ ਹੈ। ਗੁਰੂ ਦੀ ਦੱਸੀ ਰਹਿਤ ਨੂੰ ਮੂੰਹ ਮੋੜ ਕੇ ਬਾਣੀ ਤੋਂ ਬੇਮੁਖ ਹੋ ਕੇ ਸਿੱਖ ਇਕੱਲਾ ਹੈ। ਇਸ ਲਈ ਨਾਮ ਤੇ ਖਾਲਸਾ ਕਦੀ ਵੱਖ-ਵੱਖ ਨਹੀਂ ਹੋ ਸਕਦੇ। ਨਾਮ ਤੋਂ ਵਿਹੋਣਾ ਤਾਂ ਖਾਲਸਾ ਨਹੀਂ, ਸਗੋਂ ਇੱਕ ਡਰਾਉਣਾ ਹੈ। ਖਾਲਸਾ ਤਾਂ ਆਪਣੀ ਜ਼ਿੰਮੇਵਾਰੀ ਪਰਮਾਤਮਾ ਵਾਂਗ ਹੀ ਸਮਝਦਾ ਹੈ, ਕਿਉਂਕਿ ਇਹ ਹੈ ਹੀ ਪਰਮਾਤਮਾ ਦਾ ਸਰੂਪ। ਇਸਨੇ ਆਤਮ ਰਸ ਚਖਿਆ। ਵਾਹਿਗੁਰੂ ਦੇ ਜੋ ਨੇੜੇ ਹੋ ਕੇ ਵਾਹਿਗੁਰੂ ਦਾ ਨਾਮ ਸਿਮਰਦੇ ਹਨ, ਵਾਹਿਗੁਰੂ ਫਿਰ ਆਪੇ ਉਹਨਾਂ ਦਾ ਭਲਾ ਕਰਦੇ ਹਨ। ਅੱਜ ਆਪਣੇ ਵਿੱਚ ਕਾਹਦੀ ਘਾਟ ਹੈ? ਇਸੇ ਦੀ ਨਾ ਕਿ ਆਪਾਂ ਨਾਮ ਨਹੀਂ ਜਪਦੇ। ਆਪਾਂ ਨੂੰ ਇਹ ਹੁੰਦਾ ਹੈ ਕਿ ਆਪਣੇ ਹੋਰ ਕੰਮ ਪਏ ਨੇ, ਉਹ ਕਰ ਲਈਏ। ਅਸੀਂ ਜਪ ਸਿਮਰਨ ਕਿਹੜੇ ਸ਼ਬਦ ਦਾ ਕਰਨਾ? ਵਾਹਿਗੁਰੂ ਸ਼ਬਦ ਸਾਡਾ ਗੁਰਮੰਤਰ ਹੈ। ਇਸ ਦਾ ਜਾਪ ਸਾਨੂੰ ਅਸ਼ਰਜ ਤੋਂ ਵਿਸਮਾਦ ਦਸ਼ਾ ਵਿੱਚ ਲੈ ਕੇ ਜਾਂਦਾ ਹੈ। ਅਸ਼ਰਜ ਬਾਹਰ ਹੈ, ਵਿਸਮਾਦ ਅੰਦਰ ਹੈ। ਵਾਹਿਗੁਰੂ ਸ਼ਬਦ ਸਾਨੂੰ ਵਿਸਮਾਦ ਅਵਸਥਾ ਵਿੱਚ ਲੈ ਜਾਂਦਾ ਹੈ। ਅਨੀਤ ਅਗਿਆਨਤਾ ਦਾ ਅੰਧਕਾਰ ਜਿਸ ਨੇ ਸਾਨੂੰ ਬ੍ਰਹਮ ਤੋਂ ਜੀਵ ਬਣਾ ਦਿੱਤਾ, ਉਸ ਅੰਧਕਾਰ ਨੂੰ ਦੂਰ ਕਰਦਾ। ਅੰਦਰ ਚੇਤਾ ਸ਼ਕਤੀ ਵਿੱਚ ਪ੍ਰਕਾਸ਼ ਹੋ ਜਾਂਦਾ। ਉਹ ਸੂਰਜ ਦਾ ਪ੍ਰਕਾਸ਼ ਜਿਸ ਨੂੰ ਵਿਵੇਕ ਕਹਿੰਦੇ ਹਨ। ਫਿਰ ਚੇਤੇ ਵਿੱਚ ਮਾਇਆ ਨਹੀਂ ਵਸਦੀ, ਮਾਲਕ ਵਸਦਾ। ਜੇ ਨਾਮ ਪਰਮਾਤਮਾ ਹੈ ਤੇ ਪਰਮਾਤਮਾ ਨਿਰਗੁਣ ਤੇ ਸਰਗੁਣ ਹੈ। ਗੁਪਤ ਪ੍ਰਗਟ ਦਿਸਦਾ, ਅਣਦਿਸਾ ਸਭ ਕੁਝ ਹੈ। ਪਰ ਨਾਮ ਦੀ ਪ੍ਰਾਪਤੀ ਉਸ ਪਰਮ ਹਸਤੀ ਅੱਗੇ ਸਮਰੱਥ ਹੋਣਾ। ਬੂੰਦ ਦਾ ਸਾਗਰ ਵਿੱਚ ਅਭੇਦ ਹੋਣਾ। ਐਵੇਂ ਹੁੰਦਾ ਨਾਮ। ਪਰ ਆਪਾਂ ਅੱਜ ਕੱਲ੍ਹ ਨਾਮ ਤੋਂ ਬਹੁਤ ਦੂਰ ਹੋ ਗਏ। ਆਪਾਂ ਨਾਮ ਨਹੀਂ ਜਪਦੇ। ਸਿਮਰਨ ਕਰਦਿਆਂ ਖਾਲਸਾ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ। ਨਿਰਗੁਣ ਤੇ ਸਰਗੁਣ ਦੋਹਾਂ ਨਾਲ ਖਾਲਸਾ ਦੀ ਸਾਂਝ ਬਣ ਜਾਂਦੀ ਹੈ। ਨਿਰਗੁਣ ਦਾ ਸਿਮਰਨ ਕਰਦਾ ਹੈ ਅਤੇ ਸਰਗੁਣ ਵੀ ਦੀ ਸੇਵਾ ਕਰਦਾ ਹੈ। ਮਨੁੱਖੀ ਸਰੀਰ ਵਿੱਚ ਕੁਦਰਤ ਨੇ ਇੱਕ ਅਟਲ ਨਿਯਮ ਰੱਖਿਆ, ਜਿਸ ਵਿੱਚ ਮਨੁੱਖ ਨੂੰ ਕਰਮ ਇੰਝ ਦਿੱਤੇ ਹਨ ਜਿਸ ਨੂੰ ਕਰਮ ਤਾਂ ਕਰਨਾ ਹੀ ਪਵੇਗਾ। ਕਰਮ ਭਾਵੇਂ ਉਹ ਬੁਰਾ ਕਰੇ ਜਾਂ ਭਲਾ, ਮਨੁੱਖ ਦਾ ਕਰਮ ਬਿਨਾਂ ਛੁਟਕਾਰਾ ਨਹੀਂ। ਇਹੀ ਹੈ ਨਾ ਕਿ ਕਰਮ ਕਰਨ ਲਈ ਤਾਂ ਆਪਾਂ ਸੁਤੰਤਰ ਹਾਂ। ਭਾਵੇਂ ਕਿ ਵਿਹਲਾ ਨਾ ਰਹਿ, ਕੁਝ ਨਾ ਕੁਝ ਕਰਦਾ ਰਹਿ। ਹੋਰ ਕੋਈ ਕੰਮ ਨਾ ਹੋਵੇ ਤਾਂ ਆਪਣੇ ਕੱਪੜੇ ਹੀ ਪਾੜ ਕੇ ਸੀਂਦਾ ਰਹਿ, ਪਰ ਕੋਈ ਨਾ ਕੋਈ ਕੰਮ ਹੀ ਕਰਦਾ ਰਹਿ। ਮਨੁੱਖ ਨੂੰ ਸਰੀਰ ਦੀ ਆਪਣੀ ਪਰਵਰਿਸ਼ ਕਰਨ ਵਾਸਤੇ ਕਿਰਤ ਕਰਨੀ ਜ਼ਰੂਰੀ ਚਾਹੀਦੀ ਹੈ। ਸਿੱਖ ਵਾਸਤੇ ਕਿਸੇ ਕੋਲੋਂ ਮੰਗਣਾ ਜਾਂ ਕਿਸੇ ਦੀ ਚੋਰੀ ਕਰਨੀ, ਪਰਾਇਆ ਹੱਕ ਖਾਣਾ ਕਿਸੇ ਤਰ੍ਹਾਂ ਦਾ ਵੀ ਠੀਕ ਨਹੀਂ ਹੈ। ਧਰਮ ਦੀ ਕਿਰਤ ਕਰਨੀ, ਪਰ ਖਾਲਸਾ ਆਪਣੀ ਰੋਟੀ ਤੱਕ ਹੀ ਕਰਮ ਸੀਮਿਤ ਨਹੀਂ ਕਰਦਾ। ਉਸਨੇ ਤਾਂ ਜੋ ਪਾਇਆ ਹੈ ਉਹ ਸੰਸਾਰ ਵਿੱਚ ਵੰਡਣਾ। ਖਾਲਸੇ ਦੀ ਸੇਵਾ ਇੰਝ ਹੈ ਜਿਵੇਂ ਬੱਦਲ ਪਾਣੀ ਨਾਲ ਭਰੇ ਹੋਏ ਆਏ ਤੇ ਬਰਸ ਗਏ, ਸੁੱਕਿਆਂ ਖੇਤਾਂ ਨੂੰ ਹਰਿਆ ਕਰਕੇ। ਇਹ ਧਿਆਨ ਹੀ ਨਹੀਂ ਕਿ ਖੇਤਾਂ ਆਪਣੀਆਂ ਹਨ, ਬੇਗਾਨੀਆਂ ਹਨ, ਜਿਵੇਂ ਆਸਤਕ ਦੀਆਂ ਹਨ ਜਾਂ ਨਾਸਤਕ ਦੀਆਂ ਹਨ। ਬੱਦਲ ਨੇ ਬਰਸਣਾ ਸੀ, ਉਹ ਬਰਸ ਗਿਆ। ਨਦੀ ਆਪਣੇ ਪਾਣੀ ਨੂੰ ਆਪ ਨਹੀਂ ਪੀਂਦੀ, ਦੂਸਰਿਆਂ ਲਈ ਪਾਣੀ ਹੈ। ਜੋ ਦਰਖਤ ਆਪਣੇ ਫਲ ਆਪ ਨਹੀਂ ਖਾਂਦਾ, ਦੂਸਰਿਆਂ ਵਾਸਤੇ ਹਨ। ਬੱਦਲ ਖੇਤੀਆਂ ਨੂੰ ਨਹੀਂ ਖਾਂਦੇ, ਪਕਾ ਕੇ ਦੂਸਰਿਆਂ ਨੂੰ ਦਿੰਦੇ ਹਨ। ਇਸੇ ਤਰ੍ਹਾਂ ਪਰਉਪਕਾਰੀ ਦਾ ਧਨ ਸ਼ਕਤੀ ਦੂਸਰਿਆਂ ਦੀ ਸੇਵਾ ਵਾਸਤੇ ਹੈ। ਸੇਵਾਦਾਰ ਇੱਕ ਸਫਲ ਰੁੱਖ ਹੈ ਜੋ ਪਹਿਲਾਂ ਆਪ ਫਲਦਾ ਹੈ, ਫਿਰ ਸੰਸਾਰ ਨੂੰ ਫਲ ਵੰਡਦਾ ਹੈ। ਜੋ ਪਹਿਲਾਂ ਆਪ ਸਵਾਰਦਾ ਹੈ, ਫਿਰ ਸੰਸਾਰ ਨੂੰ ਸਵਾਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਸੇਵਾਦਾਰਾਂ ਨੂੰ ਐਸਾ ਪਰਉਪਕਾਰ ਮੰਨਦੇ ਹਨ ਕਿ ਜੋ ਬੁਰਿਆਂ ਦਾ ਵੀ ਭਲਾ ਕਰਦੇ ਹਨ। ਜਿਵੇਂ ਕਿ ਫਲਾਂ ਵਾਲੇ ਰੁੱਖ ਨੂੰ ਪੱਥਰ ਮਾਰਿਆ ਉਹ ਫਲ ਹੀ ਦਿੰਦਾ। ਸਿਰ ਤੇ ਆਰਾ ਸਹਾਰਦਾ, ਫਿਰ ਵੀ ਵੱਟਾਂ ਮਾਰਨ ਵਾਲੇ ਤੇ ਚੀਰਨ ਵਾਲੇ ਨੂੰ ਬੇੜੀ ਬਣਾ ਕੇ ਨਦੀ ਤੋਂ ਪਾਰ ਕਰਦਾ। ਜਿਵੇਂ ਸਮੁੰਦਰ ਵਿੱਚੋਂ ਸਿੱਪੀ ਕੱਢ ਕੇ ਉਸ ਦਾ ਮੂੰਹ ਤੋੜਿਆ ਜਾਂਦਾ, ਮੂੰਹ ਤੋੜਨ ਵਾਲੇ ਨੂੰ ਮੋਤੀ ਦਿੰਦਾ। ਉਸ ਦੀ ਅਵਗਿਆ ਨੂੰ ਚਿੱਤ ਵਿੱਚ ਨਹੀਂ ਲਿਆਉਂਦਾ। ਜੋ ਉਸਨੇ ਕੀਤਾ ਹੁੰਦਾ ਹੈ ਆਪਣੇ ਮਨ 'ਤੇ ਨਹੀਂ ਲਾਉਂਦਾ।
ਜਿਵੇਂ ਖਾਣ ਪੁੱਟਣ ਵਾਲੇ ਹਥੌੜਿਆਂ ਦਾ ਪ੍ਰਭਾਵ ਵਾਰ-ਵਾਰ ਕਰਦਾ ਹੈ। ਪਹਾੜ ਉਸ ਵੱਲ ਅਮੋਲਿਕ ਹੀਰੇ ਮਾਣਦੇ ਹਨ। ਐਵੇਂ ਆਪਾਂ ਵੀ ਨਾਮ ਜਪੀਏ, ਵਾਹਿਗੁਰੂ ਦੇ ਲੜ ਲੱਗੀਏ। ਆਓ ਇੱਕ ਪਹਿਲ ਕਰੀਏ, ਵਾਹਿਗੁਰੂ ਦੇ ਲੜ ਲੱਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਗੁਰਬਾਣੀ ਕਥਾ ਵਿਚਾਰ ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਨਾਲ ਦੀ ਨਾਲ ਫੇਸਬੁੱਕ ਪੇਜ ਨੂੰ ਵੀ ਜ਼ਰੂਰ ਲਾਈਕ ਕਰੋ। ਫੇਸਬੁੱਕ ਪੇਜ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ। ਕਿਸੇ ਵੀ ਤਰੀਕੇ ਦਾ ਕੋਈ ਸਵਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ ਜਾਂ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ। ਜੇਕਰ ਤੁਹਾਡੀ ਕੋਈ ਵੀ ਫੀਡਬੈਕ ਹੁੰਦੀ ਹੈ, ਕਿਸੇ ਚੀਜ਼ ਨੂੰ ਇੰਪਰੂਵਮੈਂਟ ਦੀ ਜ਼ਰੂਰਤ ਹੈ ਜਾਂ ਕਿਸੇ ਵੀ ਤਰੀਕੇ ਦਾ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਆ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।